प्यारे विद्यार्थियों, ਇਹ ਵੀਡੀਓ 8ਵੀਂ ਜਮਾਤ ਦੀ ਪੰਜਾਬੀ ਦੀ ਦੂਜੀ ਭਾਸ਼ਾ ਦੇ ਵਿਦਿਆਰਥੀਆਂ ਲਈ ਹੈ। ਇਸ ਵੀਡੀਓ ਵਿੱਚ ਅਸੀਂ ਪਾਠ ਪੁਸਤਕ ਦਾ 23ਵਾਂ ਪਾਠ ਪਹਿਲ ਜੋ ਕਿ ਇੱਕ ਕਹਾਣੀ ਹੈ ਅਤੇ ਸਤਵਿੰਦਰ ਸਿੰਘ ਮੜੌਲਵੀ ਦੀ ਲਿਖੀ ਹੋਈ ਹੈ ਉਸ ਨੂੰ ਕਰਾਂਗੇ। ਵਿਦਿਆਰਥੀਓ, ਇਹ ਕਹਾਣੀ ਇੱਕ ਅਗਾਂਹਵਧੂ ਲੜਕੀ ਦੀ ਕਹਾਣੀ ਹੈ ਜੋ ਕਿ ਆਪਣੇ ਪਿੰਡ ਦੇ ਵਿੱਚ ਆ ਕੇ ਸਵੱਛ ਭਾਰਤ ਅਭਿਆਨ ਚਲਾਉਂਦੀ ਹੈ ਅਤੇ ਉਹ ਆਪਣੇ ਪਿੰਡ ਦੀਆਂ ਗਲੀਆਂ ਨਾਲੀਆਂ ਜੋ ਕਿ ਬਰਸਾਤਾਂ ਦੇ ਵਿੱਚ ਰੁਕ ਜਾਂਦੀਆਂ ਹਨ ਉਹਨਾਂ ਨੂੰ ਸਫਾਈ ਕਰਾਉਣ ਵਿੱਚ ਮਦਦ ਕਰਦੀ ਹੈ ਅਤੇ ਪਿੰਡ ਦੇ ਲੋਕਾਂ ਨੂੰ ਸਾਫ ਸੁਥਰਾ ਰਹਿਣਾ ਸਿਖਾਉਂਦੀ ਹੈ ਅਤੇ ਉਸ ਦੀ ਇਸ ਪਹਿਲ ਦੇ ਕਾਰਨ ਹੀ ਸਾਰੇ ਪਿੰਡ ਵਾਲੇ ਉਸ ਦੇ ਨਾਲ ਲੱਗ ਕੇ ਸਾਰੇ ਪਿੰਡ ਦੀ ਸਫਾਈ ਕਰਦੇ ਹਨ ਅਤੇ ਕਹਾਣੀ ਦੇ ਅੰਤ ਵਿੱਚ ਉਸ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਆਓ ਅਸੀਂ ਇਸ ਕਹਾਣੀ ਨੂੰ ਸ਼ੁਰੂ ਕਰਦੇ ਹਾਂ। ਪਾਠ 23 ਪਹਿਲ ਕਹਾਣੀ। ਉਸ ਦਰਮਿਆਨੀ ਆਬਾਦੀ ਵਾਲੇ ਪਿੰਡ ਦੇ ਘਰ ਬੜੇ ਆਧੁਨਿਕ ਢੰਗ ਦੇ ਬਣੇ ਹੋਏ ਸਨ। ਗਲੀਆਂ ਨਾਲੀਆਂ ਭਾਵੇਂ ਪੱਕੀਆਂ ਤੇ ਖੁੱਲ੍ਹੀਆਂ ਡੁੱਲੀਆਂ ਸਨ ਪਰੰਤੂ ਸਫਾਈ ਪੱਖੋਂ ਬਹੁਤ ਪਛੜੀਆਂ ਹੋਈਆਂ ਸਨ। ਪਿਛਲੇ ਸਾਲ ਪਈ ਬਰਸਾਤ ਪਿੰਡ ਵਾਸੀਆਂ ਲਈ ਸੁਖਾਵੀਂ ਨਹੀਂ ਸੀ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਸੀ ਜਿਸ ਕਾਰਨ ਉਹ ਅੰਤਾਂ ਦੇ ਪਰੇਸ਼ਾਨ ਹੋ ਗਏ ਸਨ। ਪਿੰਡ ਦੀਆਂ ਗਲੀਆਂ ਪਾਣੀ ਨਾਲ ਭਰੀਆਂ ਇੰਝ ਜਾਪਦੀਆਂ ਸਨ ਜਿਵੇਂ ਛੋਟੇ ਛੋਟੇ ਨਾਲੇ ਵਗਦੇ ਹੋਣ। ਪਿੰਡ ਦਾ ਲਾਂਘਾ ਅਰਥਾਤ ਰਸਤਾ ਬੰਦ ਹੋ ਗਿਆ ਅਤੇ ਲੋਕਾਂ ਦੇ ਕੰਮਕਾਜ ਠੱਪ ਹੋ ਗਏ ਮਤਲਬ ਰੁਕ ਗਏ। ਇਸ ਮੁਸੀਬਤ ਦਾ ਮੁੱਖ ਕਾਰਨ ਪਿੰਡ ਵਿਚਲੀਆਂ ਨਾਲੀਆਂ 'ਚ ਫਸਿਆ ਕੂੜਾ ਕਰਕਟ ਹੀ ਸੀ। ਦੂਜਾ ਫਿਰਨੀ ਦੇ ਨਾਲ ਬਣਿਆ ਪੱਕਾ ਵੱਡਾ ਨਿਕਾਸੀ ਨਾਲਾ ਵੀ ਮਿੱਟੀ ਘੱਟੇ ਕੂੜ ਕਬਾੜ ਅਤੇ ਪਲਾਸਟਿਕ ਦੇ ਲਿਫਾਫਿਆਂ ਨਾਲ ਡੱਕਿਆ ਪਿਆ ਸੀ। ਵਿਦਿਆਰਥੀਓ, ਤੁਸੀਂ ਇਸ ਤਸਵੀਰ ਵਿੱਚ ਉਸ ਨਾਲੇ ਬਾਰੇ ਦੇਖ ਸਕਦੇ ਹੋ ਕਿ ਕਿਵੇਂ ਪਲਾਸਟਿਕ ਦੇ ਲਿਫਾਫਿਆਂ ਦੇ ਨਾਲ ਉਹ ਨਾਲਾ ਭਰਿਆ ਪਿਆ ਹੈ। ਮੀਂਹ ਦੇ ਪਾਣੀ ਨੂੰ ਬਾਹਰ ਜਾਣ ਦਾ ਰਸਤਾ ਨਾ ਮਿਲਿਆ ਅਤੇ ਉਹ ਪਿੰਡ ਵਿੱਚ ਹੀ ਫੈਲ ਗਿਆ। ਕਿੰਨੇ ਹੀ ਦਿਨ ਖੜੋਤੇ ਪਾਣੀ ਦੀ ਦੁਰਗੰਧ ਜਿਹੀ ਆਉਂਦੀ ਰਹੀ। ਇਸ ਨਾਲ ਇੱਕ ਹੋਰ ਮੁਸੀਬਤ ਵੀ ਪੇਸ਼ ਆਈ, ਉਹ ਸੀ ਮੱਖੀਆਂ ਮੱਛਰਾਂ ਦੀ ਭਰਮਾਰ। ਇਸ ਕਾਰਨ ਅਨੇਕਾਂ ਲੋਕ ਬਿਮਾਰੀਆਂ ਨਾਲ ਵੀ ਜੂਝਦੇ ਰਹੇ। ਇਸੇ ਪਿੰਡ ਦੀ ਇੱਕ ਕੁੜੀ ਦਿਲਜੀਤ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਸ਼ਹਿਰ ਦੇ ਇੱਕ ਨਾਮਵਰ ਕਾਲਜ ਵਿੱਚ ਜਾ ਦਾਖਲ ਹੋਈ। ਸਕੂਲ ਸਮੇਂ ਤੋਂ ਹੀ ਉਹ ਫੁੱਟਬਾਲ ਦੀ ਇੱਕ ਚੰਗੀ ਖਿਡਾਰਨ ਸੀ। ਆਪਣੀ ਇਸ ਖੇਡ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਅੱਗੇ ਪੜ੍ਹਨ ਦੀ ਰੁਚੀ ਕਾਰਨ ਵਿਸ਼ੇਸ਼ ਤੌਰ 'ਤੇ ਉਸ ਨੇ ਇਸ ਕਾਲਜ ਦੀ ਚੋਣ ਕੀਤੀ ਸੀ। ਉਸ ਨੇ ਇੱਥੇ ਹੋਸਟਲ ਵਿੱਚ ਰਹਿਣ ਨੂੰ ਤਰਜੀਹ ਅਰਥਾਤ ਪਹਿਲ ਦਿੱਤੀ। ਇਸ ਦਾ ਇੱਕ ਕਾਰਨ ਤਾਂ ਕਾਲਜ ਦਾ ਪਿੰਡ ਤੋਂ ਕਾਫੀ ਦੂਰ ਹੋਣਾ ਸੀ, ਇਸ ਲਈ ਇੱਥੋਂ ਹਰ ਰੋਜ਼ ਪਿੰਡ ਆਉਣਾ ਜਾਣਾ ਔਖਾ ਸੀ। ਦੂਜਾ, ਉਹ ਪੜ੍ਹਾਈ ਤੋਂ ਬਾਅਦ ਫੁੱਟਬਾਲ ਵੀ ਖੇਡ ਸਕਦੀ ਸੀ ਕਿਉਂਕਿ ਇੱਥੇ ਖੇਡਾਂ ਦੀ ਬਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਸੀ। ਹਫ਼ਤੇ ਬਾਅਦ ਉਹ ਆਪਣੇ ਪਿੰਡ ਆਉਂਦੀ, ਸਭ ਨੂੰ ਮੋਹ ਮੁਹੱਬਤ ਨਾਲ ਮਿਲਦੀ, ਮੋਹ ਅਰਥਾਤ ਪਿਆਰ, ਘਰ ਦੇ ਕੰਮਾਂ ਕਾਰਾਂ 'ਚ ਹੱਥ ਵਟਾਉਂਦੀ ਅਤੇ ਛੁੱਟੀ ਕੱਟ ਕੇ ਮੁੜ ਕਾਲਜ ਚਲੀ ਜਾਂਦੀ। ਦਿਲਜੀਤ ਦੇ ਮਾਤਾ ਪਿਤਾ ਬੜੇ ਸਾਊ ਸੁਭਾਅ ਵਾਲੇ, ਮਿਲਾਪੜੇ ਅਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਹਰ ਸਮੇਂ ਸਹਾਈ ਹੋਣ ਵਾਲੇ ਸਨ। ਪਿਤਾ ਜੀ ਨੌਕਰੀ ਦੇ ਨਾਲ ਘਰ ਦੀ ਖੇਤੀਬਾੜੀ ਵੀ ਸੰਭਾਲਦੇ ਸਨ। ਦਿਲਜੀਤ ਦੇ ਮਾਤਾ ਜੀ ਆਪਣੀਆਂ ਵਧੀਆ ਘਰੇਲੂ ਜ਼ਿੰਮੇਵਾਰੀਆਂ ਸੰਭਾਲ ਰਹੇ ਸਨ। ਦਿਲਜੀਤ ਦਾ ਵੱਡਾ ਭਰਾ ਆਪਣੀ ਉਚੇਰੀ ਪੜ੍ਹਾਈ ਕਰਨ ਲਈ ਪਿਛਲੇ ਸਾਲ ਵਿਦੇਸ਼ ਚਲਾ ਗਿਆ ਸੀ। ਦਿਲਜੀਤ ਮੁੱਢ ਤੋਂ ਹੀ ਬੜੇ ਚੰਗੇ ਘਰੇਲੂ ਮਾਹੌਲ ਵਿੱਚ ਪਲੀ। ਉਸ ਦੇ ਮਾਤਾ ਪਿਤਾ ਨੇ ਫੁੱਟਬਾਲ ਵਿੱਚ ਉਸ ਦੀ ਰੁਚੀ ਨੂੰ ਵੇਖਦਿਆਂ ਉਸ ਨੂੰ ਖੇਡਣ ਦੇ ਪੂਰੇ ਮੌਕੇ ਦਿੱਤੇ। ਜਿਹੜੇ ਸਕੂਲ ਵਿੱਚੋਂ ਉਸ ਨੇ 12ਵੀਂ ਜਮਾਤ ਪਾਸ ਕੀਤੀ ਉੱਥੇ ਵੀ ਉਹ ਫੁੱਟਬਾਲ ਖਿਡਾਰਨ ਰਹੀ।
ਆਪਣੇ ਪਿੰਡ ਦੀਆਂ ਕਈ ਲੜਕੀਆਂ ਨੂੰ ਉਸਨੇ ਖੇਡਾਂ ਨਾਲ ਜੋੜਿਆ। ਲੋੜ ਪੈਣ 'ਤੇ ਉਹਨਾਂ ਦੇ ਘਰ ਵੀ ਜਾ ਆਉਂਦੀ। ਚੰਗੇ ਸੰਸਕਾਰਾਂ ਦੀ ਕੁੜੀ ਹੋਣ ਕਰਕੇ ਪਿੰਡ ਦੇ ਲੋਕ ਉਸਦਾ ਬਹੁਤ ਸਤਿਕਾਰ ਕਰਦੇ ਸਨ। ਦਿਲਜੀਤ ਨੂੰ ਆਪਣੇ ਪਿੰਡ ਨਾਲ ਬੜਾ ਮੋਹ ਸੀ, ਪਰ ਪਿੰਡ ਦੀਆਂ ਗਲੀਆਂ, ਖਾਸ ਕਰਕੇ ਨਾਲੀਆਂ ਦੀ ਹਾਲਤ ਵੇਖ ਕੇ ਉਦਾਸ ਹੋ ਜਾਂਦੀ। ਨਾਲੀਆਂ 'ਚ ਫਸਿਆ ਕੂੜਾ ਕਰਕਟ ਉਸਦੇ ਮਨ ਨੂੰ ਠੇਸ ਪਹੁੰਚਾਉਂਦਾ ਅਰਥਾਤ ਦੁੱਖ ਪਹੁੰਚਾਉਂਦਾ। ਉਸ ਨੂੰ ਪਿਛਲੀ ਬਰਸਾਤ ਵਾਲੀ ਘਟਨਾ ਯਾਦ ਆ ਜਾਂਦੀ ਕਿ ਨਾਲੀਆਂ ਦੀ ਇਹ ਖਸਤਾ ਅਰਥਾਤ ਮਾੜੀ ਹੀ ਪਾਣੀ ਦੀ ਰੁਕਾਵਟ ਦਾ ਕਾਰਨ ਬਣੀ ਸੀ। ਦੂਜੇ ਪਾਣੀ ਦੀ ਨਿਕਾਸੀ ਵਾਲਾ ਵੱਡਾ ਨਾਲਾ ਵੀ ਪਹਿਲਾਂ ਵਾਂਗ ਹੀ ਨਿੱਕ ਸੁੱਕ ਨਾਲ ਭਰਿਆ ਪਿਆ ਸੀ। ਉੱਧਰ ਫਿਰ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਸੀ। ਉਹ ਸੋਚਦੀ, ਜੇਕਰ ਨਾਲੇ ਤੇ ਨਾਲੀਆਂ ਦੀ ਸਫਾਈ ਨਾ ਕੀਤੀ ਗਈ ਤਾਂ ਹਾਲਤ ਪਹਿਲਾਂ ਵਰਗੇ ਹੀ ਹੋ ਜਾਣੇ ਸਨ। ਲੋਕ ਫੇਰ ਪਾਣੀ ਦੀ ਮਾਰ ਝੱਲਣਗੇ ਤੇ ਗੰਦਗੀ ਨਾਲ ਪੈਦਾ ਹੋਈਆਂ ਬਿਮਾਰੀਆਂ ਦਾ ਸ਼ਿਕਾਰ ਬਣਨਗੇ। ਸ਼ਹਿਰੋਂ ਕਾਲਜ ਤੋਂ ਪਿੰਡ ਆਉਣ ਸਮੇਂ ਸਫਾਈ ਦਾ ਮੁੱਦਾ ਉਸਦੇ ਦਿਮਾਗ 'ਤੇ ਅਕਸਰ ਭਾਰੂ ਰਹਿੰਦਾ। ਉਹ ਮਹਿਸੂਸ ਕਰਦੀ ਕਿ ਉਸਦੇ ਪਿੰਡ ਦੇ ਲੋਕ ਉਂਝ ਤਾਂ ਬੜੇ ਚੰਗੇ ਸੁਭਾਅ ਵਾਲੇ, ਆਪਣੇ ਪਿੰਡ ਨੂੰ ਪਿਆਰ ਕਰਨ ਵਾਲੇ ਤੇ ਪੜ੍ਹੇ ਲਿਖੇ ਵੀ ਹਨ, ਪਰ ਸਫਾਈ ਪੱਖੋਂ ਬੜੇ ਅਵੇਸਲੇ ਤੇ ਬੇਧਿਆਨੇ ਹਨ। ਉਹ ਆਪਣੇ ਘਰਾਂ ਦਾ ਕੂੜਾ ਕਰਕਟ ਕਿਸੇ ਥਾਂ ਟਿਕਾਣੇ ਨਹੀਂ ਲਾਉਂਦੇ ਜਿੱਥੇ ਇਸ ਦਾ ਨਿਪਟਾਰਾ ਉਚਿਤ ਢੰਗ ਨਾਲ ਕੀਤਾ ਜਾ ਸਕਦਾ ਹੋਵੇ। ਇੱਧਰ ਉੱਧਰ ਸੁੱਟਿਆ ਘਰੇਲੂ ਕੂੜਾ ਹਵਾ ਨਾਲ ਉੱਡ ਕੇ ਨਾਲੀਆਂ ਵਿੱਚ ਜਾ ਫਸਦਾ ਹੈ, ਜੋ ਪਾਣੀ ਦੀ ਨਿਕਾਸੀ ਅਰਥਾਤ ਬਾਹਰ ਨਿਕਲਣਾ, ਜੋ ਪਾਣੀ ਦੇ ਬਾਹਰ ਨਿਕਲਣ ਵਿੱਚ ਜਾਂ ਨਿਕਾਸੀ 'ਚ ਵੱਡੀ ਰੁਕਾਵਟ ਬਣਦਾ ਹੈ। ਉਸ ਨੂੰ ਪਿੰਡ ਦੇ ਕੂੜੇ ਕਰਕਟ ਨੂੰ ਢੁਕਵੀਂ ਥਾਂ 'ਤੇ ਸੁੱਟਣ ਵਾਲੀ ਜਗ੍ਹਾ ਦੀ ਅਣਹੋਂਦ ਅਰਥਾਤ ਨਾ ਹੋਣਾ ਵੀ ਬੜੀ ਸ਼ਿੱਦਤ ਨਾਲ ਰੜਕਦੀ। ਦਿਲਜੀਤ ਜਦੋਂ ਇਸ ਹਫ਼ਤੇ ਕਾਲਜ ਤੋਂ ਪਿੰਡ ਆਈ ਤਾਂ ਉਸ ਅੰਦਰ ਇੱਕ ਨਵੀਂ ਸੋਚ ਅੰਗੜਾਈ ਲੈ ਰਹੀ ਸੀ। ਦੇਸ਼ 'ਚ ਚੱਲੀ ਸਵੱਛ ਭਾਰਤ ਮੁਹਿੰਮ ਨੇ ਉਸਦੇ ਮਨ ਨੂੰ ਟੁੰਬ ਲਿਆ ਸੀ ਅਰਥਾਤ ਮਨ ਨੂੰ ਛੋਹ ਲਿਆ ਸੀ। ਅਖਬਾਰਾਂ, ਟੈਲੀਵਿਜ਼ਨ ਤੇ ਲੋਕਾਂ ਵਿੱਚ ਜਿਵੇਂ ਇਸ ਸੰਬੰਧੀ ਇੱਕ ਲਹਿਰ ਹੀ ਚੱਲ ਰਹੀ ਸੀ। ਛੋਟੇ ਵੱਡੇ ਸ਼ਹਿਰਾਂ ਵਿੱਚ ਤਾਂ ਇਸ ਦੇ ਖੂਬ ਚਰਚੇ ਸਨ। ਸਾਫ਼ ਸਫਾਈ ਦੀ ਇਸ ਮੁਹਿੰਮ ਵਿੱਚ ਸਾਰੀਆਂ ਜਨਤਕ ਥਾਵਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਸੀ। ਜਦੋਂ ਦਿਲਜੀਤ ਦਾ ਕਾਲਜ ਇਸ ਨਾਲ ਜੁੜਿਆ ਤਾਂ ਉਹ ਸਭ ਤੋਂ ਮੋਹਰੀ ਭੂਮਿਕਾ ਨਿਭਾ ਰਹੀ ਸੀ। ਉਹ ਸੋਚਣ ਲੱਗੀ, ਜੇਕਰ ਪੂਰਾ ਦੇਸ਼ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਕਰਨ ਵਿੱਚ ਜੁਟਿਆ ਹੋਇਆ ਹੈ ਤਾਂ ਉਸ ਦਾ ਪਿੰਡ ਫਿਰ ਕਿਉਂ ਪਿੱਛੇ ਰਹੇ। ਇਹ ਸੋਚਾਂ ਸੋਚਦੀ ਉਹ ਘਰ ਆ ਗਈ। ਸ਼ਨਿਚਰਵਾਰ ਦਾ ਦਿਨ ਸੀ। ਦੂਜੀ ਸਵੇਰ ਐਤਵਾਰ ਦੀ ਸਭ ਨੂੰ ਛੁੱਟੀ ਸੀ। ਇਹ ਗੱਲ ਸ਼ਾਮ ਨੂੰ ਉਸਨੇ ਆਪਣੀ ਪਿੰਡ 'ਚ ਰਹਿੰਦੀ ਸਹੇਲੀ ਪ੍ਰੀਤ ਨਾਲ ਵੀ ਫੋਨ 'ਤੇ ਸਾਂਝੀ ਕੀਤੀ। ਦੂਜੇ ਦਿਨ ਉਹ ਜਲਦੀ ਹੀ ਉੱਠ ਗਈ। ਨਹਾ ਧੋ ਕੇ ਉਸਨੇ ਪਸ਼ੂਆਂ ਵਾਲੇ ਬਾੜੇ ਵਿੱਚੋਂ 2 ਕਹੀਆਂ ਚੁੱਕ ਲਈਆਂ। ਪੂਰੀ ਤਿਆਰੀ ਕਰਕੇ ਉਸਨੇ ਆਪਣੇ ਪਿਤਾ ਜੀ ਨੂੰ ਕਿਹਾ, ਪਿਤਾ ਜੀ, ਅੱਜ ਦਾ ਦਿਨ ਮੈਂ ਤੁਹਾਡੇ ਆਸ਼ੀਰਵਾਦ ਨਾਲ ਵਿਸ਼ੇਸ਼ ਤੌਰ 'ਤੇ ਆਪਣੇ ਪਿੰਡ ਦੀਆਂ ਨਾਲੀਆਂ ਨੂੰ ਕੂੜੇ ਕਰਕਟ ਤੋਂ ਮੁਕਤ ਕਰਨ ਲਈ ਲਾਵਾਂਗੀ। ਦਿਲਜੀਤ ਦੀ ਗੱਲ ਸੁਣ ਕੇ ਉਸਦੇ ਪਿਤਾ ਜੀ ਮੁਸਕਰਾ ਕੇ ਬੋਲੇ, ਬੇਟਾ ਦਿਲਜੀਤ, ਇਹ ਖਿਆਲ ਤੇਰੇ ਮਨ ਵਿੱਚ ਕਿਵੇਂ ਆ ਗਿਆ? ਤੂੰ ਇਕੱਲੀ ਹੀ ਇਹ ਸਭ ਕੁਝ ਕਿਵੇਂ ਕਰ ਲਏਂਗੀ? ਪਿਤਾ ਜੀ ਦੇ ਸਵਾਲਾਂ ਦੇ ਉੱਤਰ ਵਿੱਚ ਦਿਲਜੀਤ ਨੇ ਕਿਹਾ, ਪਿਤਾ ਜੀ, ਪਿਛਲੇ ਲੰਮੇ ਸਮੇਂ ਤੋਂ ਮੇਰੇ ਮਨ 'ਚ ਇਹ ਗੱਲ ਘਰ ਕਰੀ ਬੈਠੀ ਹੈ ਕਿ ਵੇਖਣ ਪਰਖਣ ਨੂੰ ਤਾਂ ਪਿੰਡ ਸਾਡਾ ਬੜਾ ਸੋਹਣਾ ਲੱਗਦਾ, ਪਰ ਨਾਲੀਆਂ ਦੀ ਸਫਾਈ ਪੱਖੋਂ ਬਹੁਤ ਪਛੜ ਗਿਆ ਹੈ। ਪਿਛਲੇ ਸਾਲ ਵਾਂਗ ਹੀ ਸਾਰੀਆਂ ਨਾਲੀਆਂ ਤੇ ਬਾਹਰ ਵਾਲਾ ਨਾਲਾ ਕੂੜੇ ਨਾਲ ਭਰੇ ਪਏ ਹਨ। ਤੁਹਾਨੂੰ ਤਾਂ ਪਤਾ ਹੀ ਹੈ ਕਿ ਪਿਛਲੀ ਵਾਰ ਬਰਸਾਤ ਦੇ ਪਾਣੀ ਨੇ ਸਭ ਨੂੰ ਕਿੰਨਾ ਪਰੇਸ਼ਾਨ ਕੀਤਾ ਸੀ। ਐਤਕੀ ਵੀ ਹਾਲਾਤ ਉਸੇ ਤਰ੍ਹਾਂ ਦੇ ਹੀ ਬਣੇ ਹੋਏ ਨੇ। ਉੱਪਰੋਂ ਬਰਸਾਤ ਵੀ ਸ਼ੁਰੂ ਹੋ ਜਾਣੀ ਹੈ। ਰਹੀ ਗੱਲ ਮੇਰੀ ਕੱਲੀ ਦੇ ਇਹ ਕੰਮ ਕਰਨ ਦੀ, ਤੁਸੀਂ ਫਿਕਰ ਨਾ ਕਰੋ। ਮੇਰੀ ਸਹੇਲੀ ਪ੍ਰੀਤ ਮੇਰੇ ਨਾਲ ਇਸ ਕੰਮ ਵਿੱਚ ਹੱਥ ਵਟਾਏਗੀ। ਮੈਂ ਉਸ ਨਾਲ ਰਾਤ ਸਾਰੀ ਗੱਲ ਕਰ ਲਈ ਹੈ। ਬਾਕੀ ਆਪਣੇ ਪਿੰਡ ਦੇ ਲੋਕੀ ਬੜੇ ਸਹਿਯੋਗੀ ਨੇ ਆਪਣੇ ਪਿੰਡ ਦੇ ਲੋਕੀ ਬੜੇ ਸਹਿਯੋਗੀ ਨੇ।
ਬਸ ਕੰਮ ਸ਼ੁਰੂ ਕਰਨ ਦੀ ਹੀ ਦੇਰ ਹੈ, ਵੇਖਿਓ ਕਿਵੇਂ ਸਾਰੇ ਆ ਰਲਣਗੇ। ਦਿਲਜੀਤ ਦੀ ਦਲੇਰੀ ਤੇ ਇਸ ਚੰਗੇਰੀ ਸੋਚ ਨਾਲ ਉਸ ਦੇ ਪਿਤਾ ਜੀ ਦਾ ਹੌਸਲਾ ਵੀ ਵੱਧ ਗਿਆ। ਉਹਨਾਂ ਖੁਸ਼ ਹੋ ਕੇ ਕਿਹਾ, ਸ਼ਾਬਾਸ਼ ਦਿਲਜੀਤ, ਚੱਲ ਫਿਰ ਅੱਜ ਮੈਂ ਵੀ ਤੁਹਾਡੇ ਨਾਲ ਹੀ ਪਿੰਡ ਦੀ ਕਾਇਆ ਕਲਪ ਕਰਨ 'ਚ ਤੁਹਾਡਾ ਪੂਰਾ ਸਾਥ ਦਿਆਂਗਾ। ਮਿੱਥੇ ਸਮੇਂ ਅਨੁਸਾਰ ਦਿਲਜੀਤ ਤੇ ਪ੍ਰੀਤ ਇਕੱਠੀਆਂ ਹੋ ਗਈਆਂ ਤੇ ਇੱਕ ਇੱਕ ਕਹੀ ਫੜ ਕੇ ਸਫਾਈ ਕਾਰਜਾਂ ਵਿੱਚ ਜੁਟ ਗਈਆਂ। ਇੰਨੇ ਦਿਲਜੀਤ ਦੇ ਪਿਤਾ ਜੀ ਵੀ ਆ ਗਏ। ਉਹਨਾਂ ਦਿਲਜੀਤ ਤੇ ਪ੍ਰੀਤ ਵੱਲੋਂ ਨਾਲੀਆਂ ਦੀ ਸਫਾਈ ਦੌਰਾਨ ਕੱਢੇ ਕੂੜੇ ਕਰਕਟ ਨੂੰ ਕਹੀ ਨਾਲ ਇਕੱਠਾ ਕਰਕੇ ਢੇਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਦਿਨ ਚੜ੍ਹਦੇ ਤੱਕ ਉਹਨਾਂ ਇੱਕ ਗਲੀ ਦੇ ਦੋਹਾਂ ਪਾਸਿਆਂ ਦੀਆਂ ਨਾਲੀਆਂ ਨੂੰ ਸੁਥਰਾ ਕਰ ਛੱਡਿਆ ਸੀ। ਜਦੋਂ ਪਿੰਡ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਸਾਰੇ ਪਿੰਡ ਵਿੱਚ ਸਫਾਈ ਸੰਬੰਧੀ ਦਿਲਜੀਤ ਦੇ ਇਸ ਉਦਮ ਦੀ ਚਰਚਾ ਛਿੜ ਗਈ ਸੀ। ਇਹ ਸਭ ਦੇਖ ਕੇ ਪਿੰਡ ਦੇ ਨੌਜਵਾਨ ਵੀ ਆਪਣੇ ਘਰਾਂ 'ਚੋਂ ਕਹੀਆਂ ਤੇ ਬੱਠਲ ਆਦਿ ਚੁੱਕ ਲਿਆਏ। ਦੇਖਾ ਦੇਖੀ ਪਿੰਡ ਦੀਆਂ ਤ੍ਰੀਮਤਾਂ ਤੇ ਮੁਟਿਆਰਾਂ ਵੀ ਪਿੱਛੇ ਨਾ ਰਹੀਆਂ। ਉਹਨਾਂ ਝਾੜੂਆਂ ਨਾਲ ਸਾਰੀਆਂ ਗਲੀਆਂ ਨੂੰ ਸਾਫ਼ ਕਰਕੇ ਲਿਸ਼ਕਾ ਦਿੱਤਾ। ਦਿਲਜੀਤ ਦੀ ਦੱਸੀ ਸਕੀਮ ਅਨੁਸਾਰ ਨੌਜਵਾਨਾਂ ਨੇ ਇਕੱਠੇ ਹੋਏ ਸਾਰੇ ਕੂੜੇ ਦੇ ਢੇਰਾਂ ਨੂੰ ਇੱਕ ਟਰਾਲੀ ਵਿੱਚ ਭਰ ਕੇ ਪਿੰਡ ਤੋਂ ਬਾਹਰ ਇੱਕ ਖਾਲੀ ਟੋਏ ਵਿੱਚ ਲਿਜਾ ਸੁੱਟਿਆ। ਕੁਝ ਗੱਭਰੂ ਦਿਲਜੀਤ ਦੇ ਕਹਿਣ ਅਨੁਸਾਰ ਵੱਡੇ ਨਿਕਾਸੀ ਨਾਲੇ ਦੀ ਸਫਾਈ 'ਚ ਜੁਟ ਗਏ। ਕਈ ਮਰਦਾਂ ਔਰਤਾਂ ਨੇ ਪਿੰਡ ਦੀਆਂ ਸਾਂਝੀਆਂ ਥਾਵਾਂ ਦੀ ਸਫਾਈ ਕਰਕੇ ਚਮਕਾ ਦਿੱਤਾ। ਪਿੰਡ ਦੇ ਬਜ਼ੁਰਗ ਸਭ ਦੀ ਹੌਸਲਾ ਅਫਜ਼ਾਈ ਕਰ ਰਹੇ ਸਨ। ਇੰਜ ਲੱਗ ਰਿਹਾ ਸੀ ਜਿਵੇਂ ਪਿੰਡ 'ਚ ਅੱਜ ਸਵੱਛਤਾ ਦਿਵਸ ਮਨਾਇਆ ਜਾ ਰਿਹਾ ਹੋਵੇ। ਦੁਪਹਿਰ ਦੇ ਢਲਣ ਨਾਲ ਹੀ ਪਿੰਡ ਦੀ ਸਫਾਈ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਸੀ। ਪਿੰਡ ਦਾ ਸਰਪੰਚ ਤੇ ਪੰਚਾਇਤ ਮੈਂਬਰ ਵੀ ਦਿਲਜੀਤ ਵੱਲੋਂ ਚਲਾਈ ਇਸ ਸਫਾਈ ਮੁਹਿੰਮ ਵਿੱਚ ਸ਼ਾਮਲ ਹੋ ਗਏ। ਦੂਜੇ ਦਿਨ ਉਹਨਾਂ ਪਿੰਡ ਵਿੱਚ ਮੁਨਾਦੀ ਕਰਵਾ ਦਿੱਤੀ। ਮੁਨਾਦੀ ਅਰਥਾਤ ਐਲਾਨ ਕਰਵਾ ਦਿੱਤਾ ਕਿ ਅੱਜ ਤਕਾਲਾ ਮਤਲਬ ਸ਼ਾਮ ਨੂੰ ਇੱਕ ਸਾਂਝਾ ਇਕੱਠ ਪਿੰਡ ਦੀ ਪੰਚਾਇਤ ਘਰ ਵਿਖੇ ਹੋਵੇਗਾ, ਜਿੱਥੇ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਸਰਪੰਚ ਸਾਹਿਬ ਨੇ ਇੱਕ ਵਿਸ਼ੇਸ਼ ਸੱਦਾ ਦਿਲਜੀਤ ਦੇ ਘਰ ਵੀ ਭੇਜਿਆ ਤਾਂ ਜੋ ਉਹ ਇਸ ਇਕੱਠ ਵਿੱਚ ਜ਼ਰੂਰ ਪੁੱਜੇ। ਜਦੋਂ ਦਿਲਜੀਤ ਆਪਣੇ ਮਾਤਾ ਪਿਤਾ ਜੀ ਨਾਲ ਸ਼ਾਮ ਸਮੇਂ ਪਿੰਡ ਦੇ ਸਾਂਝੇ ਇਕੱਠ ਵਿੱਚ ਪਹੁੰਚੀ ਤਾਂ ਉਹ ਸਾਰਿਆਂ ਦੇ ਧਿਆਨ ਦਾ ਕੇਂਦਰ ਬਣੀ ਹੋਈ ਸੀ। ਸਰਪੰਚ ਸਾਹਿਬ ਨੇ ਦਿਲਜੀਤ ਨੂੰ ਕੋਲ ਸੱਦਿਆ ਤੇ ਸਭ ਨੂੰ ਸੰਬੋਧਨ ਕਰਦਿਆਂ ਕਿਹਾ, ਸੱਚਮੁੱਚ ਅੱਜ ਦਿਲਜੀਤ ਨੇ ਸਾਡਾ ਸਭ ਦਾ ਦਿਲ ਜਿੱਤ ਲਿਆ ਹੈ। ਸਾਡੀ ਇਸ ਧੀ ਨੇ ਪਿੰਡ ਦੀ ਸਫਾਈ ਪ੍ਰਤੀ ਪਹਿਲ ਕਰਕੇ ਸਾਡੇ ਵਿੱਚ ਸਵੱਛਤਾ ਦੀ ਇੱਕ ਚੇਤਨਾ ਪੈਦਾ ਕਰ ਦਿੱਤੀ ਹੈ। ਅਸੀਂ ਆਸ ਕਰਦੇ ਹਾਂ ਕਿ ਇਹ ਚੇਤਨਾ ਸਦਾ ਇਸੇ ਤਰ੍ਹਾਂ ਹੀ ਕਾਇਮ ਰਹੇਗੀ। ਅਸੀਂ ਦਿਲਜੀਤ ਦੀ ਸੋਚ ਤੇ ਹਿੰਮਤ ਨੂੰ ਦਾਦ ਦਿੰਦੇ ਹਾਂ। ਸਭ ਨੇ ਜ਼ੋਰਦਾਰ ਤਾੜੀਆਂ ਨਾਲ ਉਹਨਾਂ ਦੇ ਬੋਲਾਂ ਦੀ ਪ੍ਰੋੜਤਾ ਕੀਤੀ ਅਰਥਾਤ ਹਾਮੀ ਭਰੀ। ਜਦੋਂ ਪੰਚਾਇਤ ਨੇ ਦਿਲਜੀਤ ਨੂੰ ਇੱਕ ਸੁੰਦਰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਤਾੜੀਆਂ ਨਾਲ ਇਕੱਠ ਇੱਕ ਵਾਰ ਫੇਰ ਗੂੰਜ ਉੱਠਿਆ। ਇਸ ਮੌਕੇ ਦਿਲਜੀਤ ਨੇ ਕਿਹਾ ਕਿ ਉਹ ਸਫਾਈ ਦੀ ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਪਿੰਡ ਵਾਸੀਆਂ ਦੀ ਸ਼ੁਕਰਗੁਜ਼ਾਰ ਹੈ ਤੇ ਸਭ ਦਾ ਧੰਨਵਾਦ ਕਰਦੀ ਹੈ। ਉਸਨੇ ਆਪਣੀ ਸਹੇਲੀ ਪ੍ਰੀਤ ਦੀ ਵੀ ਬਾਕਾਇਦਾ ਪ੍ਰਸ਼ੰਸਾ ਕੀਤੀ ਤੇ ਸਭ ਨੂੰ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ। ਉਸਨੇ ਪਿੰਡ ਦੀ ਪੰਚਾਇਤ ਨੂੰ ਇੱਕ ਬੇਨਤੀ ਕੀਤੀ ਕਿ ਉਹ ਪਿੰਡ ਦੀ ਹਰ ਗਲੀ ਵਿੱਚ ਇੱਕ ਵੱਡੇ ਕੂੜੇਦਾਨ ਦਾ ਪ੍ਰਬੰਧ ਜ਼ਰੂਰ ਕਰੇ ਤੇ ਇਸ ਨੂੰ ਸਮੇਂ-ਸਮੇਂ ਤੇ ਖਾਲੀ ਕੀਤਾ ਜਾਂਦਾ ਰਹੇ। ਉਸ ਦੀ ਇਸ ਮੰਗ ਨੂੰ ਪੰਚਾਇਤ ਨੇ ਖਿੜੇ ਮੱਥੇ ਮੌਕੇ ਤੇ ਹੀ ਪ੍ਰਵਾਨ ਕਰ ਲਿਆ। ਖਿੜੇ ਮੱਥੇ ਅਰਥਾਤ ਖੁਸ਼ੀ-ਖੁਸ਼ੀ। ਸਾਰੇ ਪਿੰਡ ਵਿੱਚ ਦਿਲਜੀਤ ਦੀ ਇਸ ਸਫਾਈ ਮੁਹਿੰਮ ਦੀਆਂ ਹੀ ਗੱਲਾਂ ਹੋ ਰਹੀਆਂ ਸਨ, ਜਿਸ ਨਾਲ ਉਸ ਦੇ ਮਾਤਾ ਪਿਤਾ ਦਾ ਸਿਰ ਮਾਣ ਨਾਲ ਗਿੱਠ ਉੱਚਾ ਹੋ ਗਿਆ। ਤੇ ਇਸ ਤਰ੍ਹਾਂ ਵਿਦਿਆਰਥੀਓ, ਤੁਸੀਂ ਦੇਖਿਆ ਕਿ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੀਏ ਤਾਂ ਜੋ ਅਸੀਂ ਸਾਫ਼ ਸਫਾਈ ਦੇ ਨਾਲ ਨਾਲ ਆਪਣੀ ਤੰਦਰੁਸਤੀ ਨੂੰ ਕਾਇਮ ਰੱਖ ਸਕੀਏ।
ਆਸ ਕਰਦੇ ਹਾਂ ਕਿ ਇਸ ਪਾਠ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਆਓ ਹੁਣ ਅਸੀਂ ਇਸ ਦਾ ਅਭਿਆਸ ਕਰਦੇ ਹਾਂ। ਆਓ ਪਾਠ ਦਾ ਅਭਿਆਸ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ, ਪਿੰਡ ਵਿੱਚ ਘਰ ਕਿਹੋ ਜਿਹੇ ਬਣੇ ਹੋਏ ਸਨ? ਇਸ ਵਿੱਚ ਸਾਨੂੰ ਆਪਸ਼ਨਸ ਦਿੱਤੀਆਂ ਹਨ, ਕੱਚੇ, ਆਧੁਨਿਕ ਢੰਗ ਦੇ, ਪੁਰਾਣੇ ਢੰਗ ਦੇ ਜਾਂ ਲੱਕੜ ਦੇ। ਇਸ ਦਾ ਸਹੀ ਉੱਤਰ ਹੈ ਆਧੁਨਿਕ ਢੰਗ ਦੇ। ਅਗਲਾ ਪ੍ਰਸ਼ਨ, 12ਵੀਂ ਤੋਂ ਬਾਅਦ ਦਿਲਜੀਤ ਕਿੱਥੇ ਪੜ੍ਹਨ ਲੱਗ ਪਈ? ਵਿਦੇਸ਼, ਸ਼ਹਿਰ, ਪਿੰਡ, ਕਿਤੇ ਵੀ ਨਹੀਂ। ਇਸ ਦਾ ਸਹੀ ਉੱਤਰ ਹੈ ਸ਼ਹਿਰ। ਤੀਸਰਾ ਪ੍ਰਸ਼ਨ, ਦਿਲਜੀਤ ਦੀ ਸਹੇਲੀ ਕੌਣ ਸੀ? ਪ੍ਰੀਤ, ਮਨਮੀਤ, ਮਨਪ੍ਰੀਤ ਜਾਂ ਕੋਈ ਵੀ ਨਹੀਂ। ਇਸ ਦਾ ਸਹੀ ਉੱਤਰ ਹੈ ਪ੍ਰੀਤ। ਚੌਥਾ ਪ੍ਰਸ਼ਨ, ਨਾਲੀਆਂ ਵਿੱਚ ਕੀ ਰੁਕਿਆ ਹੋਇਆ ਸੀ? ਰੇਤ, ਇੱਟਾਂ ਰੋੜੇ, ਕੂੜਾ ਕਰਕਟ ਜਾਂ ਬਜਰੀ। ਇਸ ਦਾ ਸਹੀ ਉੱਤਰ ਹੈ ਕੂੜਾ ਕਰਕਟ। ਅਗਲਾ ਪ੍ਰਸ਼ਨ, ਪੰਚਾਇਤ ਵੱਲੋਂ ਦਿਲਜੀਤ ਨੂੰ ਕਿਵੇਂ ਸਨਮਾਨਿਤ ਕੀਤਾ ਗਿਆ? ਯਾਦਗਾਰੀ ਚਿੰਨ੍ਹ ਨਾਲ, ਨਕਦੀ ਨਾਲ, ਕਿਤਾਬਾਂ ਨਾਲ ਜਾਂ ਸੁੰਦਰ ਫੁਲਕਾਰੀ ਨਾਲ। ਨਕਦੀ ਅਰਥਾਤ ਪੈਸੇ। ਇਸ ਦਾ ਸਹੀ ਉੱਤਰ ਹੈ ਸੁੰਦਰ ਫੁਲਕਾਰੀ ਨਾਲ। ਇਸ ਤੋਂ ਅੱਗੇ ਅਸੀਂ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ, ਗਲੀਆਂ ਨਾਲੀਆਂ ਦੀ ਸਫਾਈ ਪੱਖੋਂ ਕੀ ਹਾਲਤ ਸੀ? ਉੱਤਰ, ਗਲੀਆਂ ਨਾਲੀਆਂ ਕੂੜਾ ਕਰਕਟ ਫਸਿਆ ਹੋਣ ਕਰਕੇ ਰੁਕੀਆਂ ਹੋਈਆਂ ਸਨ। ਪ੍ਰਸ਼ਨ, ਪਿੰਡ ਦਾ ਲਾਂਘਾ ਕਿਉਂ ਬੰਦ ਹੋ ਗਿਆ ਸੀ? ਲਾਂਘਾ ਅਰਥਾਤ ਰਸਤਾ। ਇਸ ਦਾ ਉੱਤਰ ਹੈ ਗਲੀਆਂ ਵਿੱਚ ਪਾਣੀ ਭਰਨ ਕਰਕੇ। ਅਗਲਾ ਪ੍ਰਸ਼ਨ, ਦਿਲਜੀਤ ਨੇ ਅਗਲੇਰੀ ਪੜ੍ਹਾਈ ਲਈ ਸ਼ਹਿਰ ਦੇ ਕਾਲਜ ਨੂੰ ਕਿਉਂ ਚੁਣਿਆ? ਉੱਤਰ, ਦਿਲਜੀਤ ਸਕੂਲ ਸਮੇਂ ਫੁੱਟਬਾਲ ਦੀ ਚੰਗੀ ਖਿਡਾਰਨ ਸੀ। ਉਸਨੇ ਆਪਣੀ ਖੇਡ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਤੇ ਅੱਗੇ ਪੜ੍ਹਨ ਦੀ ਰੁਚੀ ਕਾਰਨ ਸ਼ਹਿਰ ਦੇ ਕਾਲਜ ਨੂੰ ਚੁਣਿਆ। ਅਗਲਾ ਪ੍ਰਸ਼ਨ, ਦਿਲਜੀਤ ਦੇ ਪਿਤਾ ਜੀ ਕੀ ਕੰਮ ਕਰਦੇ ਸਨ? ਉੱਤਰ ਹੈ, ਦਿਲਜੀਤ ਦੇ ਪਿਤਾ ਜੀ ਨੌਕਰੀ ਦੇ ਨਾਲ ਨਾਲ ਖੇਤੀਬਾੜੀ ਵੀ ਕਰਦੇ ਸਨ। ਅਗਲਾ ਪ੍ਰਸ਼ਨ, ਦਿਲਜੀਤ ਨੇ ਆਪਣੀ ਵਿਉਂਤ ਅਰਥਾਤ ਸਕੀਮ, ਯੋਜਨਾ ਸਭ ਤੋਂ ਪਹਿਲਾਂ ਕਿਸ ਨਾਲ ਸਾਂਝੀ ਕੀਤੀ? ਉੱਤਰ, ਆਪਣੀ ਸਹੇਲੀ ਪ੍ਰੀਤ ਨਾਲ। ਅਗਲਾ ਪ੍ਰਸ਼ਨ, ਪਿੰਡ ਦੇ ਨੌਜਵਾਨਾਂ ਤੇ ਦਿਲਜੀਤ ਦੀ ਸਫਾਈ ਮੁਹਿੰਮ ਦਾ ਕੀ ਅਸਰ ਹੋਇਆ? ਉੱਤਰ, ਪਿੰਡ ਦੇ ਨੌਜਵਾਨ ਵੀ ਉਸ ਨਾਲ ਉਸ ਦੀ ਸਫਾਈ ਮੁਹਿੰਮ ਵਿੱਚ ਸ਼ਾਮਿਲ ਹੋ ਗਏ। ਅਗਲਾ ਪ੍ਰਸ਼ਨ, ਪਿੰਡ ਵਿੱਚ ਕੀ ਮੁਨਾਦੀ ਕੀਤੀ ਗਈ? ਉੱਤਰ, ਪਿੰਡ ਵਿੱਚ ਮੁਨਾਦੀ ਕੀਤੀ ਗਈ ਕਿ ਸਾਰਾ ਪਿੰਡ ਤਰਕਾਲਾਂ ਵੇਲੇ ਪੰਚਾਇਤ ਘਰ ਵਿੱਚ ਇਕੱਠਾ ਹੋਵੇ। ਅਗਲਾ ਪ੍ਰਸ਼ਨ, ਅੰਤ ਵਿੱਚ ਦਿਲਜੀਤ ਨੇ ਪੰਚਾਇਤ ਨੂੰ ਕੀ ਬੇਨਤੀ ਕੀਤੀ? ਇਸ ਦਾ ਉੱਤਰ ਹੈ, ਦਿਲਜੀਤ ਨੇ ਪੰਚਾਇਤ ਨੂੰ ਬੇਨਤੀ ਕੀਤੀ ਕਿ ਉਹ ਪਿੰਡ ਦੀ ਹਰ ਗਲੀ ਵਿੱਚ ਇੱਕ ਕੂੜੇਦਾਨ ਦਾ ਪ੍ਰਬੰਧ ਕਰੇ। ਅੱਗੇ ਹਨ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ, ਪਿਛਲੀ ਬਰਸਾਤ ਵੇਲੇ ਪਿੰਡ ਵਿੱਚ ਕੀ ਵਾਪਰਿਆ? ਉੱਤਰ, ਪਿਛਲੀ ਬਰਸਾਤ ਪਿੰਡ ਵਾਸੀਆਂ ਲਈ ਸੁਖਾਵੀਂ ਨਹੀਂ ਸੀ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਸੀ। ਪਿੰਡ ਦੇ ਰਸਤੇ ਬੰਦ ਹੋ ਗਏ ਤੇ ਲੋਕਾਂ ਦਾ ਕੰਮਕਾਜ ਠੱਪ ਹੋ ਗਿਆ ਸੀ। ਇਸ ਸਭ ਦਾ ਕਾਰਨ ਇਹ ਸੀ ਕਿ ਪਿੰਡ ਵਿਚਲੀਆਂ ਨਾਲੀਆਂ ਕੂੜੇ ਕਰਕਟ ਤੇ ਪਲਾਸਟਿਕ ਦੇ ਲਿਫਾਫਿਆਂ ਨਾਲ ਭਰੀਆਂ ਪਈਆਂ ਸਨ। ਮੀਂਹ ਦੇ ਪਾਣੀ ਨੂੰ ਬਾਹਰ ਜਾਣ ਲਈ ਰਸਤਾ ਨਾ ਮਿਲਿਆ ਤੇ ਉਹ ਪਿੰਡ ਵਿੱਚ ਹੀ ਫੈਲ ਗਿਆ। ਮੱਖੀਆਂ ਮੱਛਰਾਂ ਦੀ ਭਰਮਾਰ ਹੋ ਗਈ ਤੇ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਗਏ। ਅਗਲਾ ਪ੍ਰਸ਼ਨ, ਦਿਲਜੀਤ ਕਿਹੋ ਜਿਹੀ ਕੁੜੀ ਸੀ? ਉੱਤਰ, ਦਿਲਜੀਤ ਪੜ੍ਹਾਈ ਤੇ ਖੇਡਾਂ ਵਿੱਚ ਦਿਲਚਸਪੀ ਲੈਂਦੀ ਸੀ। ਉਹ ਸਭ ਨਾਲ ਪਿਆਰ ਕਰਨ ਵਾਲੀ ਤੇ ਚੰਗੇ ਸੰਸਕਾਰਾਂ ਵਾਲੀ ਕੁੜੀ ਸੀ। ਉਸ ਨੂੰ ਆਪਣੇ ਪਿੰਡ ਦੇ ਦੁੱਖ ਦਰਦਾਂ ਦਾ ਵੀ ਅਹਿਸਾਸ ਸੀ ਅਤੇ ਉਹ ਦੇਸ਼ ਵਿੱਚ ਚੱਲ ਰਹੇ ਉਸਾਰੂ ਕੰਮਾਂ ਬਾਰੇ ਵੀ ਪੂਰੀ ਜਾਣਕਾਰੀ ਰੱਖਦੀ ਸੀ।
ਦਿਲਜੀਤ ਕਾਲਜ ਦੀ ਸਵੱਛ ਭਾਰਤ ਮੁਹਿੰਮ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਸੀ। ਉਸਨੇ ਇਸ ਮੁਹਿੰਮ ਤਹਿਤ ਆਪਣੇ ਪਿੰਡ ਦੀ ਵੀ ਸਫਾਈ ਕਰਨੀ ਆਰੰਭ ਕੀਤੀ ਤਾਂ ਉਸਦੇ ਨਾਲ ਸਾਰਾ ਪਿੰਡ ਵੀ ਸ਼ਾਮਿਲ ਹੋ ਗਿਆ। ਉਸਦੀ ਇਸ ਕਾਰਗੁਜ਼ਾਰੀ ਤੇ ਪੰਚਾਇਤ ਬਹੁਤ ਖੁਸ਼ ਹੋਈ ਤੇ ਉਸ ਨੂੰ ਇੱਕ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰਕਾਰ ਉਹ ਆਪਣੇ ਕਾਲਜ ਤੇ ਪਿੰਡ ਵਿੱਚ ਹਰਮਨ ਪਿਆਰੀ ਕੁੜੀ ਸੀ। ਅਗਲਾ ਪ੍ਰਸ਼ਨ, ਕਿਹੜੀ ਗੱਲ ਦਿਲਜੀਤ ਦੇ ਮਨ ਨੂੰ ਦੁਖੀ ਕਰਦੀ ਸੀ? ਇਸ ਦਾ ਉੱਤਰ ਅਸੀਂ ਲਿਖਾਂਗੇ, ਦਿਲਜੀਤ ਸੋਚਦੀ ਸੀ ਕਿ ਵੈਸੇ ਤਾਂ ਉਸਦਾ ਪਿੰਡ ਬਹੁਤ ਚੰਗਾ ਹੈ, ਪਰ ਉੱਥੋਂ ਦੇ ਲੋਕ ਸਫਾਈ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ। ਉਹ ਆਪਣੇ ਘਰ ਦੇ ਕੂੜੇ ਕਰਕਟ ਨੂੰ ਇੱਕ ਟਿਕਾਣੇ 'ਤੇ ਨਹੀਂ ਸੁੱਟਦੇ, ਜਿਸ ਕਾਰਨ ਕੂੜਾ ਨਾਲੀਆਂ ਵਿੱਚ ਚਲਾ ਜਾਂਦਾ ਹੈ ਅਤੇ ਪਾਣੀ ਦੇ ਨਿਕਾਸ ਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ, ਜਿਸ ਕਾਰਨ ਬਰਸਾਤ ਵਿੱਚ ਰੁਕਿਆ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਸੀ ਤੇ ਬਹੁਤ ਸਮੱਸਿਆਵਾਂ ਆਈਆਂ ਸਨ। ਇਸ ਲਈ ਉਹ ਪਿੰਡ ਵਿੱਚ ਸਫਾਈ ਕਰਨ ਤੇ ਕੂੜੇ ਕਰਕਟ ਨੂੰ ਟਿਕਾਣੇ ਲਾਉਣ ਲਈ ਕੁਝ ਕਰਨਾ ਚਾਹੁੰਦੀ ਸੀ। ਅਗਲਾ ਪ੍ਰਸ਼ਨ, ਦਿਲਜੀਤ ਦੀ ਵਿਉਂਤ ਦਾ ਉਸ ਦੇ ਪਿਤਾ ਜੀ ਤੇ ਕੀ ਅਸਰ ਹੋਇਆ? ਇਸ ਦਾ ਉੱਤਰ ਅਸੀਂ ਲਿਖਾਂਗੇ, ਦਿਲਜੀਤ ਦੀ ਵਿਉਂਤ ਨੇ ਉਸਦੇ ਪਿਤਾ ਜੀ ਨੂੰ ਪ੍ਰਭਾਵਿਤ ਕੀਤਾ। ਉਹਨਾਂ ਨੇ ਖੁਸ਼ ਹੋ ਕੇ ਕਿਹਾ ਕਿ ਉਹ ਵੀ ਉਹਨਾਂ ਨਾਲ ਪਿੰਡ ਦੀ ਕਾਇਆਕਲਪ ਕਰਨ ਵਿੱਚ ਪੂਰਾ ਸਾਥ ਦੇਣਗੇ। ਅਗਲਾ ਪ੍ਰਸ਼ਨ ਹੈ, ਪਿੰਡ ਦੀਆਂ ਤ੍ਰੀਮਤਾਂ ਅਰਥਾਤ ਔਰਤਾਂ ਤੇ ਮੁਟਿਆਰਾਂ ਨੇ ਦਿਲਜੀਤ ਦਾ ਕਿਵੇਂ ਸਾਥ ਦਿੱਤਾ? ਇਸ ਦਾ ਉੱਤਰ ਹੈ, ਦਿਲਜੀਤ ਦੀ ਅਗਵਾਈ ਵਿੱਚ ਪ੍ਰੀਤ, ਦਿਲਜੀਤ ਦੇ ਪਿਤਾ ਜੀ ਤੇ ਪਿੰਡ ਦੇ ਨੌਜਵਾਨਾਂ ਨੂੰ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਵਿੱਚ ਜੁਟੇ ਦੇਖ ਕੇ ਪਿੰਡ ਦੀਆਂ ਤ੍ਰੀਮਤਾਂ ਤੇ ਮੁਟਿਆਰਾਂ ਵੀ ਪਿੱਛੇ ਨਾ ਰਹੀਆਂ। ਉਹਨਾਂ ਨੇ ਝਾੜੂਆਂ ਨਾਲ ਸਾਰੀਆਂ ਗਲੀਆਂ ਨੂੰ ਸਾਫ਼ ਕਰਕੇ ਲਿਸ਼ਕਾ ਦਿੱਤਾ। ਅਗਲਾ ਪ੍ਰਸ਼ਨ, ਸਾਰਿਆਂ ਦੀਆਂ ਜ਼ੋਰਦਾਰ ਤਾੜੀਆਂ ਨੇ ਕਿਸ ਗੱਲ ਦੀ ਪ੍ਰੋੜਤਾ ਕੀਤੀ? ਪ੍ਰੋੜਤਾ ਕੀਤੀ ਅਰਥਾਤ ਹਾਮੀ ਭਰੀ। ਇਸ ਦਾ ਉੱਤਰ ਹੈ, ਸਾਰਿਆਂ ਦੀਆਂ ਜ਼ੋਰਦਾਰ ਤਾੜੀਆਂ ਨੇ ਪਿੰਡ ਦੇ ਸਰਪੰਚ ਸਾਹਿਬ ਦੀ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਦਿਲਜੀਤ ਦੀ ਸਫਾਈ ਵਿੱਚ ਪਹਿਲ ਕਦਮੀ ਨੇ ਉਹਨਾਂ ਸਾਰਿਆਂ ਦਾ ਦਿਲ ਜਿੱਤ ਲਿਆ ਹੈ ਤੇ ਉਸ ਨੇ ਇਸ ਤਰ੍ਹਾਂ ਕਰਕੇ ਸਾਰਿਆਂ ਵਿੱਚ ਸਵੱਛਤਾ ਪ੍ਰਤੀ ਇੱਕ ਚੇਤਨਾ ਪੈਦਾ ਕੀਤੀ ਹੈ। ਸਰਪੰਚ ਸਾਹਿਬ ਨੇ ਇਹ ਵੀ ਆਸ ਕੀਤੀ ਕਿ ਇਹ ਚੇਤਨਾ ਸਦਾ ਇਸੇ ਤਰ੍ਹਾਂ ਕਾਇਮ ਰਹੇਗੀ। ਅਗਲਾ ਪ੍ਰਸ਼ਨ ਹੈ, ਪਹਿਲ ਕਹਾਣੀ ਤੋਂ ਸਾਨੂੰ ਕੀ ਪ੍ਰੇਰਣਾ ਮਿਲਦੀ ਹੈ? ਉੱਤਰ ਹੈ, ਪਹਿਲ ਕਹਾਣੀ ਤੋਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਆਪਣੀ ਗਲੀ, ਪਿੰਡ ਜਾਂ ਸ਼ਹਿਰ ਵਿੱਚ ਜਿਹੜੀ ਗੱਲ ਦੀ ਲੋਕਾਂ ਵਿੱਚ ਚੇਤਨਾ ਪੈਦਾ ਕਰਨਾ ਚਾਹੁੰਦੇ ਹੋਈਏ, ਉਸ ਨੂੰ ਅੱਗੇ ਲੱਗ ਕੇ ਆਪ ਸ਼ੁਰੂ ਕਰ ਦੇਣਾ ਚਾਹੀਦਾ ਹੈ। ਲੋਕ ਆਪੇ ਹੀ ਤੁਹਾਡੇ ਤੋਂ ਪ੍ਰੇਰਿਤ ਹੋ ਕੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਲੋੜ ਸਿਰਫ ਪਹਿਲ ਕਰਨ ਦੀ ਹੁੰਦੀ ਹੈ। ਹੁਣ ਅਸੀਂ ਕਰਾਂਗੇ ਵਾਕਾਂ ਵਿੱਚ ਵਰਤੋਂ। ਪਹਿਲਾ ਸ਼ਬਦ ਹੈ ਖੁੱਲੀਆਂ ਡੁੱਲੀਆਂ, ਜਿਸ ਦਾ ਅਰਥ ਹੈ ਵੱਡੀਆਂ। ਸਾਡੇ ਪਿੰਡ ਦੀਆਂ ਗਲੀਆਂ ਖੁੱਲੀਆਂ ਡੁੱਲੀਆਂ ਹਨ। ਅਗਲਾ ਸ਼ਬਦ ਛੋਟੀਆਂ ਛੋਟੀਆਂ ਅਰਥਾਤ ਬਹੁਤ ਛੋਟੀਆਂ। ਮੇਰੇ ਕੋਲ ਛੋਟੀਆਂ ਛੋਟੀਆਂ ਕਾਰਾਂ ਹਨ। ਅਗਲਾ ਸ਼ਬਦ ਹੈ ਕੂੜਾ ਕਰਕਟ ਅਰਥਾਤ ਕਈ ਪ੍ਰਕਾਰ ਦਾ ਕੂੜਾ। ਕੂੜਾ ਕਰਕਟ ਕੂੜੇਦਾਨ ਵਿੱਚ ਸੁੱਟੋ। ਚੌਥਾ ਸ਼ਬਦ ਹੈ ਨਿੱਕ ਸੁੱਕ ਅਰਥਾਤ ਛੋਟਾ ਮੋਟਾ ਸਮਾਨ। ਆਪਣਾ ਘਰ ਨਿੱਕ ਸੁੱਕ ਨਾਲ ਨਾ ਭਰੋ। ਅਗਲਾ ਸ਼ਬਦ ਹੈ ਹੌਸਲਾ ਅਫਜ਼ਾਈ ਅਰਥਾਤ ਹੌਸਲਾ ਵਧਾਉਣਾ। ਦਿਲਜੀਤ ਦੀ ਸਭ ਨੇ ਹੌਸਲਾ ਅਫਜ਼ਾਈ ਕੀਤੀ। ਛੇਵਾਂ ਸ਼ਬਦ ਹੈ ਹਿੰਮਤ ਅਰਥਾਤ ਹੌਸਲਾ। ਕਦੇ ਵੀ ਹਿੰਮਤ ਨਾ ਹਾਰੋ। ਅਗਲਾ ਸ਼ਬਦ ਕੰਮਕਾਰ ਅਰਥਾਤ ਕੰਮ ਜਾਂ ਕਿੱਤਾ। ਆਪਣੇ ਮਾਤਾ ਪਿਤਾ ਦੇ ਕੰਮਕਾਰ ਵਿੱਚ ਹੱਥ ਵਟਾਓ। ਅਗਲਾ ਸ਼ਬਦ ਹੈ ਆਲਾ ਦੁਆਲਾ। ਚੁਫੇਰਾ ਆਪਣਾ ਆਲਾ ਦੁਆਲਾ ਸਾਫ਼ ਰੱਖੋ। ਅਗਲਾ ਸ਼ਬਦ ਸਾਫ਼ ਸੁਥਰਾ ਅਰਥਾਤ ਸਾਫ਼ ਸਵੱਛ। ਆਪਣਾ ਆਲਾ ਦੁਆਲਾ ਸਾਫ਼ ਰੱਖੋ। ਵਿਦਿਆਰਥੀਓ, ਤੁਸੀਂ ਇਹਨਾਂ ਸ਼ਬਦਾਂ ਦੇ
ਅਰਥਾਂ ਦੇ ਅਨੁਸਾਰ ਆਪਣੇ ਆਪ ਵੀ ਮਿਲਦੇ ਜੁਲਦੇ ਵਾਕ ਬਣਾ ਸਕਦੇ ਹੋ। ਇਸ ਤੋਂ ਬਾਅਦ ਹਨ ਵਿਰੋਧੀ ਸ਼ਬਦ। ਸ਼ਬਦ ਹੈ ਆਧੁਨਿਕ, ਜਿਸ ਦਾ ਵਿਰੋਧੀ ਸ਼ਬਦ ਹੈ ਪੁਰਾਤਨ। ਅਗਲਾ ਸ਼ਬਦ ਦੁਰਗੰਧ, ਜਿਸ ਦਾ ਵਿਰੋਧੀ ਸ਼ਬਦ ਹੈ ਸੁਗੰਧ। ਅਗਲਾ ਸ਼ਬਦ ਠੀਕ, ਵਿਰੋਧੀ ਸ਼ਬਦ ਗਲਤ। ਅਗਲਾ ਸ਼ਬਦ ਹੈ ਪਿਆਰ, ਵਿਰੋਧੀ ਸ਼ਬਦ ਨਫ਼ਰਤ। ਅਗਲਾ ਸ਼ਬਦ ਹੈ ਆਪਣਾ, ਵਿਰੋਧੀ ਸ਼ਬਦ ਹੈ ਪਰਾਇਆ। ਅਗਲਾ ਸ਼ਬਦ ਹੈ ਸਾਫ ਸੁਥਰਾ, ਵਿਰੋਧੀ ਸ਼ਬਦ ਹੈ ਗੰਦਾ। ਅਗਲਾ ਸ਼ਬਦ ਹੈ ਮੁਕੰਮਲ, ਜਿਸ ਦਾ ਵਿਰੋਧੀ ਸ਼ਬਦ ਹੈ ਅਧੂਰਾ। ਇਸ ਤੋਂ ਅੱਗੇ ਪੰਜਾਬੀ ਵਿੱਚ ਸਾਨੂੰ ਕੁਝ ਸ਼ਬਦ ਦਿੱਤੇ ਹਨ, ਜਿਨ੍ਹਾਂ ਨੂੰ ਅਸੀਂ ਹਿੰਦੀ ਵਿੱਚ ਲਿਖਣਾ ਹੈ ਅਤੇ ਅੰਗਰੇਜ਼ੀ ਵਿੱਚ ਲਿਖਣਾ ਹੈ। ਪਹਿਲਾ ਸ਼ਬਦ ਹੈ ਮੁਸੀਬਤ, ਹਿੰਦੀ ਵਿੱਚ ਮੁਸੀਬਤ, ਅੰਗਰੇਜ਼ੀ ਵਿੱਚ ਪ੍ਰੋਬਲਮ। ਅੱਗੇ ਹੈ ਨਾਮਵਰ, ਹਿੰਦੀ ਵਿੱਚ ਵੀ ਨਾਮਵਰ, ਅੰਗਰੇਜ਼ੀ ਵਿੱਚ ਰਿਪਿਊਟਿਡ। ਅਗਲਾ ਸ਼ਬਦ ਔਖਾ, ਹਿੰਦੀ ਵਿੱਚ ਮੁਸ਼ਕਿਲ, ਅੰਗਰੇਜ਼ੀ ਵਿੱਚ ਡਿਫੀਕਲਟ। ਅਗਲਾ ਸ਼ਬਦ ਤ੍ਰੀਮਤਾਂ, ਹਿੰਦੀ ਵਿੱਚ ਮਹਿਲਾएं, ਅੰਗਰੇਜ਼ੀ ਵਿੱਚ ਲੇਡੀਜ਼। ਅਗਲਾ ਸ਼ਬਦ ਹੈ ਰੁਚੀ, ਹਿੰਦੀ ਵਿੱਚ ਵੀ ਰੁਚੀ, ਅੰਗਰੇਜ਼ੀ ਵਿੱਚ ਇੰਟਰਸਟ। ਪੰਜਾਬੀ ਵਿੱਚ ਮੁੱਦਾ, ਹਿੰਦੀ ਵਿੱਚ ਮੁੱਦਾ, ਅੰਗਰੇਜ਼ੀ ਵਿੱਚ ਇਸ਼ੂ। ਪੰਜਾਬੀ ਵਿੱਚ ਆਖਰੀ ਸ਼ਬਦ ਹੈ ਨਿਕਾਸੀ, ਹਿੰਦੀ ਵਿੱਚ ਨਿਕਾਸੀ, ਅੰਗਰੇਜ਼ੀ ਵਿੱਚ ਆਊਟਫਲੋ। ਵਿਦਿਆਰਥੀਓ, ਹੁਣ ਤੁਸੀਂ ਇਹ ਸਾਰਾ ਅਭਿਆਸ ਆਪਣੀਆਂ ਕਾਪੀਆਂ 'ਤੇ ਕਰਨਾ ਹੈ ਅਤੇ ਆਪਣੇ ਅਧਿਆਪਕਾਂ ਤੋਂ ਚੈੱਕ ਕਰਵਾਉਣਾ ਹੈ। ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਸ ਕਹਾਣੀ ਪਹਿਲ ਦੀ ਅਤੇ ਇਸ ਦੇ ਅਭਿਆਸ ਦੀ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਧੰਨਵਾਦ।